अध्याय 17। 6 ਦਿਨਾਂ ਬਾਅਦ ਯੀਸ਼ੂ ਨੇ ਪਤਰਸ ਅਤੇ ਯਾਕੂਬ ਅਤੇ ਉਸ ਦੇ ਭਰਾ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਅਲੱਗ ਲੈ ਗਿਆ। ਉਹਨਾਂ ਦੇ ਸਾਹਮਣੇ ਉਸ ਦਾ ਸਰੂਪ ਬਦਲ ਗਿਆ। ਉਸ ਦਾ ਮੂੰਹ ਸੂਰਜ ਦੇ ਵਾਂਗ ਚਮਕ ਪਿਆ ਅਤੇ ਉਸ ਦੇ ਕੱਪੜੇ ਚਾਨਣ ਦੇ ਵਾਂਗ ਚਿੱਟੇ ਹੋ ਗਏ। ਅਤੇ ਵੇਖੋ, ਅਚਾਨਕ ਚੇਲਿਆਂ ਨੂੰ ਮੂਸਾ ਅਤੇ ਏਲੀਆ ਯੀਸ਼ੂ ਦੇ ਨਾਲ ਗੱਲਾਂ ਕਰਦੇ ਹੋਏ ਦਿਖਾਈ ਦਿੱਤੇ। ਤਦ ਪਤਰਸ ਨੇ ਯੀਸ਼ੂ ਨੂੰ ਕਿਹਾ, ਪ੍ਰਭੂ, ਇਹ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇਕਰ ਤੂੰ ਚਾਹੇ ਤਾਂ ਮੈਂ ਇੱਥੇ 3 ਤੰਬੂ ਲਾਵਾਂਗਾ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਅਜੇ ਉਹ ਬੋਲ ਹੀ ਰਿਹਾ ਸੀ ਤਾਂ ਵੇਖੋ, ਉਹਨਾਂ ਉੱਤੇ ਇੱਕ ਚਮਕੀਲਾ ਬੱਦਲ ਛਾ ਗਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ, ਇਸ ਦੀ ਸੁਣੋ। ਜਦੋਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਆਪਣੇ ਮੂੰਹ ਪੰਨੇ ਡਿੱਗੇ ਅਤੇ ਖੌਫ ਨਾਲ ਭਰ ਗਏ। ਪਰ ਯੀਸ਼ੂ ਨੇ ਆ ਕੇ ਉਹਨਾਂ ਨੂੰ ਛੂਹਿਆ ਅਤੇ ਕਿਹਾ, ਉੱਠੋ, ਨਾ ਡਰੋ। ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਉਤਾਰ ਚੁੱਕੀਆਂ ਤਾਂ ਉਹਨਾਂ ਯੀਸ਼ੂ ਦੇ ਸਿਵਾਏ ਹੋਰ ਕਿਸੇ ਨੂੰ ਨਾ ਦੇਖਿਆ। ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ, ਯੀਸ਼ੂ ਨੇ ਉਹਨਾਂ ਨੂੰ ਇਹ ਹੁਕਮ ਦਿੱਤਾ, ਤੁਸੀਂ ਇਸ ਦਰਸ਼ਨ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ, ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ। ਚੇਲਿਆਂ ਨੇ ਉਸ ਤੋਂ ਪੁੱਛਿਆ, ਫਿਰ ਧਰਮ ਗ੍ਰੰਥੀ ਕਿਉਂ ਕਹਿੰਦੇ ਹਨ ਕਿ ਏਲੀਆ ਦਾ ਪਹਿਲੇ ਆਉਣਾ ਜ਼ਰੂਰੀ ਹੈ? ਉਸਨੇ ਉੱਤਰ ਦਿੱਤਾ, ਏਲੀਆ ਨੇ ਜ਼ਰੂਰ ਆਉਣਾ ਹੈ ਅਤੇ ਉਹ ਸਭ ਕੁਝ ਨੂੰ ਫਿਰ ਬਹਾਲ ਕਰੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਆ ਆ ਚੁੱਕਿਆ ਹੈ, ਉਹਨਾਂ ਨੇ ਉਸ ਨੂੰ ਨਹੀਂ ਪਹਿਚਾਨਿਆ। ਜੋ ਉਹਨਾਂ ਦੇ ਮਨ ਪਾਇਆ ਉਹੀ ਉਸ ਦੇ ਨਾਲ ਕੀਤਾ। ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਬਹੁਤ ਦੁੱਖ ਸਹੇਗਾ। ਤਾਂ ਚੇਲੇ ਸਮਝ ਗਏ ਕਿ ਉਹ ਉਹਨਾਂ ਨੂੰ ਯਹੂਨਾ ਬਪਤਿਸਮਾ ਦੇਣ ਵਾਲੇ ਬਾਰੇ ਕਹਿ ਰਿਹਾ ਹੈ। ਅਤੇ ਜਦੋਂ ਉਹ ਪੀੜ ਵੱਲ ਆਏ ਤਾਂ ਇੱਕ ਆਦਮੀ ਉਸ ਕੋਲ ਆਇਆ ਅਤੇ ਉਸ ਦੇ ਅੱਗੇ ਗੋਡਿਆਂ ਪੰਨੇ ਹੋ ਕੇ ਉਸਨੇ ਕਿਹਾ, ਪ੍ਰਭੂ, ਮੇਰੇ ਪੁੱਤਰ ਉੱਤੇ ਰਹਿਮ ਕਰੋ, ਕਿਉਂਕਿ ਉਹ ਮਿਰਗੀ ਦਾ ਰੋਗੀ ਹੈ। ਉਸ ਦੀ ਬਹੁਤ ਬੁਰੀ ਹਾਲਤ ਹੈ। ਉਹ ਅਕਸਰ ਅੱਗ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ। ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ। ਯੀਸ਼ੂ ਨੇ ਉੱਤਰ ਦਿੱਤਾ, ਐ ਨੀਚਾਹੀਨ ਵਿਗੜੀ ਹੋਈ ਪੀੜ੍ਹੀ, ਮੈਂ ਕਦੋਂ ਤੱਕ ਤੁਹਾਡੀ ਬਰਦਾਸ਼ਤ ਕਰਾਂ? ਉਸ ਨੂੰ ਇੱਥੇ ਮੇਰੇ ਕੋਲ ਲਿਆਓ। ਯੀਸ਼ੂ ਨੇ ਉਸ ਨੂੰ ਡਾਂਟਿਆ ਅਤੇ ਭੂਤ ਉਸ ਵਿੱਚੋਂ ਨਿਕਲ ਗਿਆ ਅਤੇ ਮੁੰਡਾ ਉਸੇ ਘੜੀ ਚੰਗਾ ਭਲਾ ਹੋ ਗਿਆ। ਤਦ ਚੇਲੇ ਯੀਸ਼ੂ ਕੋਲ ਆਏ ਅਤੇ ਜਦੋਂ ਉਹ ਇਕੱਲੇ ਸਨ ਬੋਲੇ, ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ? ਉਸਨੇ ਉਹਨਾਂ ਨੂੰ ਕਿਹਾ, ਤੁਹਾਡੇ ਘੱਟ ਈਮਾਨ ਦੇ ਕਾਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਵੀ ਈਮਾਨ ਹੈ, ਤੁਸੀਂ ਇਸ ਪਹਾੜ ਨੂੰ ਆਖੋ ਕਿ ਇੱਥੋਂ ਦੂਜੀ ਥਾਂ ਚਲੇ ਜਾਵੇ ਤਾਂ ਇਹ ਚਲਾ ਜਾਵੇਗਾ ਤੇ ਤੁਹਾਡੇ ਲਈ ਕੁਝ ਵੀ ਅਣਹੋਣਾ ਨਹੀਂ ਹੋਵੇਗਾ। ਲੇਕਿਨ ਇਹ ਜਿਨਸ ਬਿਨਾਂ ਰੋਜ਼ੇ ਅਤੇ ਪ੍ਰਾਰਥਨਾ ਦੇ ਕਦੀ ਬਾਹਰ ਨਹੀਂ ਨਿਕਲਦੀ। ਜਦੋਂ ਉਹ ਗਲੀਲ ਵਿੱਚ ਇਕੱਠੇ ਹੋ ਰਹੇ ਸਨ, ਯੀਸ਼ੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮਾਰ ਦੇਣਗੇ ਅਤੇ ਉਹ ਤੀਜੇ ਦਿਨ ਜਿੰਦਾ ਕੀਤਾ ਜਾਵੇਗਾ। ਇਹ ਸੁਣ ਕੇ ਉਹ ਬਹੁਤ ਦੁਖੀ ਹੋਏ। ਜਦੋਂ ਉਹ ਕਫਰਨਾਉਮ ਪਹੁੰਚੇ ਤਾਂ ਹੈਕਲ ਦਾ ਟੈਕਸ ਅੱਧਾ ਸ਼ੈਕਲ ਵਸੂਲ ਕਰਨ ਵਾਲੇ ਉਹਨਾਂ ਕੋਲ ਆਏ ਅਤੇ ਪਤਰਸ ਕੋਲੋਂ ਪੁੱਛਣ ਲੱਗੇ, ਕੀ ਤੁਹਾਡਾ ਗੁਰੂ ਟੈਕਸ ਨਹੀਂ ਦਿੰਦਾ? ਉਸਨੇ ਕਿਹਾ, ਜੀ ਹਾਂ। ਜਦੋਂ ਉਹ ਘਰ ਪਹੁੰਚਿਆ ਤਾਂ ਯੀਸ਼ੂ ਨੇ ਪਹਿਲੇ ਉਸ ਨੂੰ ਪੁੱਛਿਆ, ਸ਼ਮੌਨ, ਤੇਰਾ ਕੀ ਵਿਚਾਰ ਹੈ? ਧਰਤੀ ਦੇ ਰਾਜਾ ਚੁੰਗੀ ਜਾਂ ਟੈਕਸ ਕਿਹੜੇ ਲੋਕਾਂ ਕੋਲੋਂ ਵਸੂਲ ਕਰਦੇ ਹਨ, ਆਪਣੇ ਪੁੱਤਰਾਂ ਕੋਲੋਂ ਜਾਂ ਦੂਜੇ ਲੋਕਾਂ ਕੋਲੋਂ? ਜਦੋਂ ਉਸਨੇ ਕਿਹਾ, ਦੂਜੇ ਲੋਕਾਂ ਕੋਲੋਂ, ਤਾਂ ਯੀਸ਼ੂ ਨੇ ਉਸ ਨੂੰ ਕਿਹਾ, ਫਿਰ ਤਾਂ ਪੁੱਤਰ ਬਰੀ ਹਨ। ਫਿਰ ਵੀ ਕਿਤੇ ਉਹਨਾਂ ਨੂੰ ਠੋਕਰ ਨਾ ਲੱਗੇ, ਸਮੁੰਦਰ ਤੱਕ ਜਾ ਅਤੇ ਕੁੰਡੀ ਲਾ। ਜੋ ਮੱਛੀ ਪਹਿਲੇ ਆ ਫਸੇ
ਉਸ ਨੂੰ ਫੜ ਲਵੀਂ ਅਤੇ ਜਦੋਂ ਤੂੰ ਉਸ ਦਾ ਮੂੰਹ ਖੋਲ੍ਹੇਂਗਾ ਤੈਨੂੰ ਉਸ ਵਿੱਚੋਂ ਇੱਕ ਸਿੱਕਾ ਮਿਲੇਗਾ। ਉਸ ਨੂੰ ਲੈ ਕੇ ਮੇਰੇ ਲਈ ਅਤੇ ਆਪਣੇ ਲਈ ਉਹਨਾਂ ਨੂੰ ਟੈਕਸ ਦੇ ਦੇਵੀਂ।